ਦੋਸਤੋ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਮਾਲਾ ਮਨਕੀਰ ਤੇ। ਕਿਤਾਬ ਧੁੱਪਾਂ ਛਾਵਾਂ ਸਵੈ ਜੀਵਨੀ ਨਰਿੰਦਰ ਸਿੰਘ ਕਪੂਰ। ਦੋਸਤੋ ਇਸ ਦਾ ਇੱਕ ਭਾਗ ਆਪਾਂ ਪਹਿਲਾਂ ਵੀ ਅਪਲੋਡ ਕਰਿਆ ਹੈ। ਜੇ ਤੁਸੀਂ ਸ਼ੁਰੂ ਤੋਂ ਦੇਖਣੀ ਚਾਹੁੰਦੇ ਹੋ ਤਾਂ ਪਹਿਲਾਂ ਉਹ ਭਾਗ ਜ਼ਰੂਰ ਦੇਖਿਓ ਤੇ ਇਹ ਇਸ ਦਾ ਦੂਜਾ ਭਾਗ ਹੈ। ਜਿਸ ਡਾਕਟਰ ਕੋਲ ਆਪਣੀ ਭੈਣ ਦੇ ਇਲਾਜ ਦਾ ਬਿੱਲ ਨਾ ਦੇ ਸਕਣ ਕਰਕੇ ਮੇਰੇ ਜੀਵਨ ਦੀ ਸਭ ਤੋਂ ਪਹਿਲੀ ਨੌਕਰੀ ਲੱਗੀ, ਉਸਨੇ ਸੇਵਾ ਮੁਕਤੀ ਉਪਰੰਤ ਆਪਣਾ ਕਲੀਨਿਕ ਖੋਲ੍ਹਿਆ ਹੋਇਆ ਸੀ। ਅਜਿਹੇ ਡਾਕਟਰ ਸਰਕਾਰੀ ਹਸਪਤਾਲਾਂ ਵਿੱਚ ਤਾਂ ਸਫਲ ਹੁੰਦੇ ਸਨ, ਪਰ ਉਸ ਵੇਲੇ ਆਮ ਸਧਾਰਨ ਲੋਕ ਕੰਮ ਚਲਾਊ ਡਾਕਟਰਾਂ ਕੋਲ ਜਾਂਦੇ ਸਨ, ਜਿਨ੍ਹਾਂ ਕੋਲ 10-12 ਸਿੱਕੇ ਬੰਦ ਦਵਾਈਆਂ ਹੁੰਦੀਆਂ ਸਨ। ਮੇਰਾ ਕੰਮ ਵੀ ਡਾਕਟਰ ਦੇ ਕਲੀਨਿਕ ਵਿੱਚ ਮਲਮਾਂ ਅਤੇ ਪੀਸੀਆਂ ਗੋਲੀਆਂ ਦੀਆਂ ਪੂੜੀਆਂ ਬਣਾਉਣਾ ਹੁੰਦਾ ਸੀ। ਉਂਝ ਡਾਕਟਰ ਕੋਲ ਮਰੀਜ਼ ਘੱਟ ਵੱਧ ਹੀ ਆਉਂਦੇ ਸਨ, ਕਿਉਂਕਿ ਜੇ ਕਿਸੇ ਨੂੰ ਲੋੜ ਪੈਂਦੀ ਸੀ ਤਾਂ ਉਹ ਸਰਕਾਰੀ ਹਸਪਤਾਲ ਜਾਂ ਡਿਸਪੈਂਸਰੀ ਚਲਾ ਜਾਂਦਾ ਸੀ। ਉਸ ਸਮੇਂ ਹੁਣ ਵਾਂਗ ਦਵਾਈਆਂ ਦੀ ਭਰਮਾਰ ਨਹੀਂ ਸੀ ਹੁੰਦੀ ਅਤੇ ਨਾ ਹੀ ਬਹੁਤੀਆਂ ਬਿਮਾਰੀਆਂ ਹੁੰਦੀਆਂ ਸਨ। ਜਾਂ ਲੋਕਾਂ ਦਾ ਪੇਟ ਖਰਾਬ ਹੁੰਦਾ ਸੀ ਜਾਂ ਅੱਖਾਂ ਦੁਖਣ ਲੱਗ ਪੈਂਦੀਆਂ ਸਨ। ਉਸ ਵੇਲੇ ਡਾਕਟਰ ਦੀ ਦੁਕਾਨ ਤੇ 50 ਕੁ ਸਾਲ ਦੀ ਭਾਰੇ ਸਰੀਰ ਅਤੇ ਸਾਂਵਲੇ ਰੰਗ ਵਾਲੀ ਇੱਕ ਔਰਤ ਆਉਂਦੀ ਸੀ। ਮੈਨੂੰ ਨਹੀਂ ਪਤਾ ਉਸ ਨੂੰ ਕੀ ਰੋਗ ਸੀ। ਬਹੁਤ ਸਾਲ ਮਗਰੋਂ ਮੈਨੂੰ ਮਹਿਸੂਸ ਹੋਇਆ ਕਿ ਉਹ ਡਾਕਟਰ ਕੋਲ ਗੱਲਾਂ ਕਰਨ ਲਈ ਆਉਂਦੀ ਸੀ। ਜਦੋਂ ਮੈਂ ਆਧੁਨਿਕ ਮਨੋਵਿਗਿਆਨ ਦੇ ਬਾਨੀ ਫਰਾਇਡ ਦੀ ਜੀਵਨੀ ਪੜ੍ਹੀ ਤਾਂ ਉਸ ਵਿੱਚ ਫਰਾਇਡ ਕੋਲ ਇੱਕ ਔਰਤ ਕਿਸੇ ਬਿਮਾਰੀ ਦੇ ਬਹਾਨੇ ਨਾਲ ਆਉਂਦੀ ਸੀ, ਪਰ ਆਉਂਦੀ ਉਹ ਫਰਾਇਡ ਨਾਲ ਗੱਲਾਂ ਕਰਨ ਸੀ। ਉਸ ਦੀ ਬਿਮਾਰੀ ਗੱਲਾਂ ਨਾਲ ਠੀਕ ਹੋ ਜਾਂਦੀ ਸੀ। ਜਦੋਂ ਉਹ ਠੀਕ ਹੋ ਜਾਂਦੀ ਸੀ ਤਾਂ ਕੁਝ ਦਿਨ ਮਗਰੋਂ ਉਹ ਕਿਸੇ ਨਵੀਂ ਤਕਲੀਫ ਦਾ ਬਹਾਨਾ ਕਰਕੇ ਫਿਰ ਆਉਣ ਲੱਗ ਪੈਂਦੀ ਸੀ। ਮੈਨੂੰ ਡਾਕਟਰ ਅਤੇ ਉਸ ਸਾਂਵਲੇ ਰੰਗ ਦੀ ਔਰਤ ਦੀਆਂ ਗੱਲਾਂ ਦੀ ਸਮਝ ਨਹੀਂ ਸੀ ਪੈਂਦੀ, ਪਰ ਇਤਨੀ ਕੁ ਸਮਝ ਪੈਂਦੀ ਸੀ ਕਿ ਉਹ ਚੋਲ-ਮੋਲ ਕਰਦੇ ਸਨ ਅਤੇ ਮੈਂ ਬਿਨਾਂ ਡਾਕਟਰ ਦੇ ਆਦੇਸ਼ ਦੇ ਹੀ ਬਾਹਰ ਸਟੂਲ ਤੇ ਚੌਂਕੀਦਾਰਾ ਕਰਦਾ ਸਾਂ। ਡਾਕਟਰ ਮੈਨੂੰ ਜਿਹੜਾ ਕੰਮ ਕਰਨ ਲਈ ਭੇਜਦਾ ਸੀ ਉਹ ਮੈਂ ਝਟ-ਪਟ ਕਰਕੇ ਮੋੜ ਆਉਂਦਾ ਸਾਂ। ਉਸ ਸਮੇਂ ਹਲਵਾਈ ਮਲਾਈ ਵੀ ਵੇਚਦੇ ਹੁੰਦੇ ਸਨ, ਕਿਉਂਕਿ ਸ਼ਾਮ ਨੂੰ ਉਸ ਵੇਲੇ ਲੋਕਾਂ ਨੂੰ ਕੜਿਆ ਹੋਇਆ ਦੁੱਧ ਪੀਣ ਦੀ ਆਦਤ ਸੀ। ਇੱਕ ਵਾਰੀ ਡਾਕਟਰ ਨੇ ਮੈਨੂੰ ਰੁਪਇਆ ਦੇ ਕੇ ਕੁਝ ਦੂਰ ਤੱਕ ਇੱਕ ਹਲਵਾਈ ਕੋਲੋਂ ਮਲਾਈ ਲੈਣ ਲਈ ਭੇਜਿਆ। ਮੈਂ ਦੌੜ ਕੇ ਗਿਆ ਅਤੇ ਮਲਾਈ ਲੈ ਕੇ ਜਲਦੀ ਆ ਗਿਆ, ਪਰ ਡਾਕਟਰ ਨੇ ਮੈਨੂੰ ਜਲਦੀ ਆਉਣ ਦੀ ਝਾੜ ਪਾਈ ਅਤੇ ਆਰਾਮ ਨਾਲ ਜਾਣ ਅਤੇ ਆਉਣ ਲਈ ਕਿਹਾ। ਜਦੋਂ ਮੈਂ ਅਗਲੀ ਵਾਰੀ ਗਿਆ ਤਾਂ ਇੱਕ ਗਾਹਕ ਨੇ ਅੱਧੇ ਰੁਪਏ ਦੀ ਮਲਾਈ ਲਈ। ਮੈਂ ਵੇਖਿਆ ਕਿ ਪਿਛਲੀ ਵਾਰੀ ਜਿਹੜੀ ਮਲਾਈ ਮੈਂ ਰੁਪਏ ਦੀ ਲਈ ਸੀ ਉਹ ਵੀ ਲਗਭਗ ਉਤਨੀ ਹੀ ਸੀ। ਮੈਂ ਵੀ ਅੱਧੇ ਰੁਪਏ ਦੀ ਮਲਾਈ ਲਈ ਅਤੇ ਬਹਿ ਕੇ ਉਂਗਲੀ ਨਾਲ ਖਾਧੀ ਨਹੀਂ ਮਾਣੀ ਅਤੇ ਦੂਜੇ ਅੱਧੇ ਰੁਪਏ ਦੀ ਮਲਾਈ ਲੈ ਕੇ ਡਾਕਟਰ ਕੋਲ ਵਾਪਸ ਚਲਾ ਗਿਆ। ਡਾਕਟਰ ਨੇ ਉਹ ਮਲਾਈ ਉਸ ਔਰਤ ਨੂੰ ਖਾਣ ਲਈ ਦਿੱਤੀ। ਇਸ ਗੱਲ ਤੇ ਮੈਨੂੰ ਮਹਿਸੂਸ ਹੋਇਆ ਕਿ ਮਰੀਜ਼ ਔਰਤ ਨਹੀਂ ਸੀ, ਡਾਕਟਰ ਉਸ ਦਾ ਮਰੀਜ਼ ਸੀ, ਕਿਉਂਕਿ ਡਾਕਟਰ ਮਰੀਜ਼ ਨੂੰ ਦਵਾਈ ਦਿੰਦਾ ਹੈ, ਮਲਾਈ ਨਹੀਂ ਖਵਾਉਂਦਾ। 1-2 ਵਾਰੀ ਮਲਾਈ ਖਾਣ ਉਪਰੰਤ ਉਹ ਔਰਤ ਮਲਾਈ ਵਾਲਾ ਡੂਨਾ ਮੈਨੂੰ ਦੇਣ ਲੱਗ ਪਈ। ਇੱਥੋਂ ਮੈਨੂੰ ਮਲਾਈ ਨਾਲ ਪਿਆਰ ਪੈ ਗਿਆ। ਮੈਂ ਵੇਖਿਆ ਹੈ ਕਿ ਕਿਸੇ ਨੂੰ ਭਾਵੇਂ ਕੁਝ ਆਉਂਦਾ ਹੋਵੇ ਚਾਹੇ ਨਾ ਆਉਂਦਾ ਹੋਵੇ, ਪਰ ਮਲਾਈ ਖਾਣੀ ਆਉਂਦੀ ਹੁੰਦੀ ਹੈ। ਲਗਭਗ 20 ਵਾਰੀ ਮਲਾਈ ਖਾਣ ਦਾ ਅਵਸਰ ਮਿਲਿਆ। ਮਲਾਈ ਕਾਰਨ ਮੈਨੂੰ ਉਹ ਔਰਤ ਦਿਲਚਸਪ ਲੱਗਣ ਲੱਗ ਪਈ, ਕਿਉਂਕਿ ਉਸ ਦੇ ਆਉਣ ਨਾਲ ਮੇਰਾ ਮਲਾਈ ਵਾਲਾ ਪ੍ਰੋਗਰਾਮ ਆਰੰਭ ਹੋ ਜਾਂਦਾ ਸੀ, ਜਿਸ ਕਾਰਨ ਉਸ ਔਰਤ ਦੀ ਮੈਂ ਡਾਕਟਰ ਨਾਲੋਂ ਵੀ ਵੱਧ ਉਡੀਕ ਕਰਦਾ ਸਾਂ। ਮੇਰੇ ਅਤੇ ਉਸ ਔਰਤ ਵਿਚਾਲੇ ਸੰਬੰਧ ਮਲਾਈ ਵਾਲੇ ਸਨ। ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਮੈਨੂੰ ਸਖਤ ਮਿਹਨਤ ਕਰਨ ਦੇ ਅਨੇਕਾਂ ਅਵਸਰ ਮਿਲੇ, ਜਿਨ੍ਹਾਂ ਨੇ ਮੈਨੂੰ ਜ਼ਿੰਦਗੀ ਦੀ ਵਿਸ਼ਾਲ ਸੂਝ ਅਤੇ ਡੂੰਘਾ ਅਨੁਭਵ ਦਿੱਤਾ। ਦੇਸ਼ ਵੰਡ ਉਪਰੰਤ ਸਥਿਤੀਆਂ ਹੀ ਅਜਿਹੀਆਂ ਸਨ ਕਿ ਉਜੜਿਆ ਹੋਇਆ ਹਰੇਕ ਵਿਅਕਤੀ ਸਕਿੰਟਾਂ ਵਿੱਚੋਂ ਲੰਘ ਰਿਹਾ ਸੀ। ਮੈਨੂੰ ਉਦੋਂ ਵੀ ਕਦੇ ਮਹਿਸੂਸ ਨਹੀਂ ਸੀ ਹੋਇਆ ਕਿ ਅਸੀਂ ਗਰੀਬ ਸਾਂ। ਇਤਨਾ ਹੀ ਮਹਿਸੂਸ ਹੁੰਦਾ ਸੀ ਕਿ ਸਾਡੇ ਕੋਲ ਪੈਸੇ ਨਹੀਂ ਸਨ। ਉਦੋਂ ਕਿਸੇ ਕੋਲ ਵੀ ਪੈਸੇ ਨਹੀਂ ਸਨ। ਕਿਸੇ ਕੋਲ ਕੋਈ ਕੰਮ ਕਰਵਾ ਕੇ ਦੇਣ ਜੋਗੇ ਵੀ ਪੈਸੇ ਨਹੀਂ ਸਨ। ਜੇ ਜ਼ਿੰਦਗੀ ਦਾ ਯਥਾਰਥ ਵੇਖਣਾ ਹੈ ਤਾਂ ਖਾਲੀ ਜੇਬ ਨਾਲ ਗੁਜ਼ਾਰਾ ਕਰਕੇ ਵੇਖੋ। ਅਸੀਂ ਸਾਰੇ ਸਵੇਰੇ ਸੂਰਜ ਦੇ ਜਾਗਣ ਤੋਂ ਪਹਿਲਾਂ ਉੱਠਦੇ ਸਾਂ ਅਤੇ ਜੋ ਕੰਮ ਮਿਲਦਾ ਸੀ, ਜਿੱਥੇ ਮਿਲਦਾ ਸੀ, ਉਹ ਕਰਦੇ ਸਾਂ। ਉਸ ਵੇਲੇ ਕੰਮ ਹੈ ਹੀ ਸਰੀਰਕ ਮਜ਼ਦੂਰੀ ਵਾਲੇ ਸਨ। ਸਾਡੀ ਚੰਗੀ ਕਿਸਮਤ ਸੀ ਕਿ ਅਸੀਂ ਸਰੀਰਕ ਪੱਖੋਂ ਤੰਦਰੁਸਤ ਸਾਂ ਅਤੇ ਹਿਲ-ਜੁਲ ਇਤਨੀ ਸੀ ਕਿ ਸਭ ਕੁਝ ਪੂਰੀ ਤਰ੍ਹਾਂ ਹਜਮ ਹੋ ਜਾਂਦਾ ਸੀ ਅਤੇ ਲੇਟਦਿਆਂ ਹੀ ਨੀਂਦਰ ਆ ਜਾਂਦੀ ਸੀ। ਬਚਪਨ ਦੀ ਇਸ ਸਿਖਲਾਈ ਨੇ ਸੁਸਤੀ, ਆਲਸ, ਬਹਾਨੇ ਅਤੇ ਕੰਮ ਟਾਲਣ ਦੀ ਬਿਰਤੀ ਹੁਣ ਤੱਕ ਉਪਜਣ ਹੀ ਨਹੀਂ ਦਿੱਤੀ। ਸਾਡੀ ਮਾਂ ਪਰਿਵਾਰ ਦੀ ਆਗੂ ਸੀ। ਉਹ ਰੋਜ਼ ਸਵਖਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਾਂਦੀ ਸੀ। 3-4 ਮੀਲ ਦੀ ਇਸ ਸੈਰ ਨਾਲ ਉਹ ਰਿਸ਼ਟ-ਪੁਸ਼ਟ ਰਹਿੰਦੀ ਸੀ। ਉਸਨੇ ਮੁਹੱਲੇ ਦੀਆਂ ਔਰਤਾਂ ਦਾ ਜਥਾ ਬਣਾਇਆ ਹੋਇਆ ਸੀ। ਗੁਰਦੁਆਰੇ, ਤੀਰਥ ਯਾਤਰਾਵਾਂ ਦੇ ਇਸ਼ਤਿਹਾਰ ਲੱਗੇ ਹੁੰਦੇ ਸਨ। ਇਹਨਾਂ ਯਾਤਰਾਵਾਂ ਰਾਹੀਂ ਉਸਨੇ ਸਾਰਾ ਭਾਰਤ ਗਾਹਿਆ ਹੋਇਆ ਸੀ। ਉਸਨੇ ਹੇਮਕੁੰਟ ਸਾਹਿਬ ਦੀ ਯਾਤਰਾ ਕਈ ਵਾਰ ਕੀਤੀ ਸੀ। ਜਦੋਂ ਸਾਨੂੰ ਯੂਨੀਵਰਸਿਟੀ ਛੁੱਟੀਆਂ ਹੁੰਦੀਆਂ ਸਨ, ਉਦੋਂ ਮੇਰੀ ਮਾਂ ਆਪਣੇ ਜਥੇ ਨਾਲ ਸੈਰ ਸਪਾਟੇ ਲਈ ਨਿਕਲ ਜਾਂਦੀ ਸੀ।
ਸਾਡੇ ਪਿਤਾ ਟਿਕਾਊ ਜੀਵਨ ਦੇ ਅਭਿਲਾਸ਼ੀ ਸਨ। ਜੇ ਸਾਡੀ ਮਾਂ ਕੋਲ ਸਾਧਨ ਹੁੰਦੇ ਤਾਂ ਉਸਨੇ ਬੜਾ ਕੁਝ ਕਰਨਾ ਸੀ। ਉਹ ਚੰਗੇ ਖੁਸ਼ਹਾਲ ਜੀਵਨ ਦੀ ਅਭਿਲਾਸ਼ੀ ਸੀ। ਉਸ ਵਿੱਚ ਨਵੇਂ ਸੱਭਿਆਚਾਰਾਂ, ਨਵੇਂ ਲੋਕਾਂ ਬਾਰੇ ਜਾਣਨ ਦੀ ਤਾਂਘ ਸੀ। ਮੇਰਾ ਖਿਆਲ ਹੈ ਕਿ ਘੁੰਮਣ ਫਿਰਨ ਦੀਆਂ ਸਾਡੀ ਮਾਂ ਦੀਆਂ ਅਧੂਰੀਆਂ ਰਹਿ ਗਈਆਂ ਵਿਉਂਤਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਉਸ ਦੀਆਂ ਅਗਲੇਰੀਆਂ ਪੀੜ੍ਹੀਆਂ ਨੇ ਨਿਭਾਈ ਹੈ। ਜੇ ਉਸ ਨਾਲ ਜ਼ਿੰਦਗੀ ਵਫਾ ਕਰਦੀ ਤਾਂ ਉਸ ਦੇ ਪੋਤਰਿਆਂ ਨੇ ਉਸ ਨੂੰ ਵਿਸ਼ਵ ਯਾਤਰਾ ਦੇ ਨਵੇਂ ਤਜਰਬੇ ਅਤੇ ਅਨੁਭਵ ਦੇਣੇ ਸਨ। ਖੁਸ਼ਹਾਲ ਜੀਵਨ ਦਾ ਇੱਕ ਮਹੱਤਵਪੂਰਨ ਅਤੇ ਲਾਜ਼ਮੀ ਪੱਖ ਸੈਰ ਸਪਾਟਾ ਹੈ। ਸੈਰ ਸਪਾਟਾ ਦ੍ਰਿਸ਼ਟੀ ਵਿਸ਼ਾਲ ਕਰਦਾ ਹੈ, ਪੱਖਪਾਤ ਦੂਰ ਕਰਦਾ ਹੈ ਅਤੇ ਹੋਰਾਂ ਨੂੰ ਪ੍ਰਵਾਨ ਕਰਨ ਦੀ ਦਲੇਰੀ ਉਪਜਾਉਂਦਾ ਹੈ। ਪਹਿਲੀ ਤੋਂ 10ਵੀਂ ਤੱਕ ਦੀ ਸਿੱਖਿਆ ਮੈਂ ਪਟਿਆਲੇ ਦੇ ਢੁਡਿਆਲ ਖਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਸਾਡਾ ਸਕੂਲ ਤਾਂ ਲੱਗਦਾ ਹੀ ਨਹੀਂ ਸੀ, ਪਰ ਬੋਰਡ ਸਕੂਲ ਦਾ ਲੱਗਿਆ ਹੋਇਆ ਹੋਣ ਕਰਕੇ ਵਿਦਿਆਰਥੀਆਂ ਦੇ ਰੌਲੇ ਰੱਪੇ ਕਾਰਨ ਸਕੂਲ ਦਾ ਭੁਲੇਖਾ ਜ਼ਰੂਰ ਪਾਉਂਦਾ ਸੀ। ਮੈਨੂੰ ਨੇੜੇ ਦੇ ਇੱਕ ਮੁਹੱਲੇ ਦੇ ਇਸ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਦਾਖਲੇ ਦੀਆਂ ਲੋੜਾਂ ਦੀ ਪੂਰਤੀ ਲਈ ਭਾਰਤ ਦੇ ਲੱਖਾਂ ਵਿਦਿਆਰਥੀਆਂ ਵਾਂਗ ਮੇਰੀ ਜਨਮ ਮਿਤੀ ਬਦਲੀ ਗਈ। ਹੁਣ ਮੈਂ ਕਹਿ ਸਕਦਾ ਹਾਂ ਕਿ ਮੇਰੇ ਸਕੂਲ ਤੋਂ ਇਹ ਵੀ ਪਤਾ ਲੱਗਦਾ ਸੀ ਕਿ ਸਕੂਲ ਕਿਹੋ ਜਿਹਾ ਨਹੀਂ ਹੋਣਾ ਚਾਹੀਦਾ। ਸਾਡਾ ਸਕੂਲ ਨਹੀਂ ਸੀ ਲੱਗਦਾ ਅਤੇ ਅਸੀਂ ਵਿਦਿਆਰਥੀ ਨਹੀਂ ਸਾਂ ਲੱਗਦੇ। ਪਹਿਲੀਆਂ 3 ਜਮਾਤਾਂ ਤੱਕ ਅਸੀਂ ਲੰਮੇ ਕੁੜਤਿਆਂ ਨਾਲ ਥੱਲਿਓਂ ਨੰਗੇ ਹੀ ਸਕੂਲ ਚਲੇ ਜਾਂਦੇ ਸਾਂ। ਹੁਣ ਮੈਨੂੰ ਯਾਦ ਆਉਂਦਾ ਹੈ ਕਿ ਲੁਧਿਆਣੇ ਇੱਕ ਸਕੂਲ ਸੀ ਜਿਸ ਦੇ ਨੇੜੇ ਯਤੀਮਖਾਨਾ ਸੀ। ਇੱਕ ਵਾਰੀ ਯਤੀਮਖਾਨੇ ਦੇ 8 ਬੱਚੇ ਵੀ ਉਸ ਸਕੂਲ ਵਿੱਚ ਦਾਖਲ ਕੀਤੇ ਗਏ ਅਤੇ ਉਸ ਸਕੂਲ ਦਾ ਨਾਂ ਯਤੀਮਾਂ ਦਾ ਸਕੂਲ ਪੈ ਗਿਆ ਅਤੇ ਸਾਡੇ ਆਲੇ ਦੁਆਲੇ ਦੇ ਪਰਿਵਾਰਾਂ ਨੇ ਆਪਣੇ ਬੱਚੇ ਹਟਾ ਲਏ ਸਨ। ਭਾਵੇਂ ਸਾਡਾ ਸਕੂਲ ਯਤੀਮਾਂ ਦਾ ਸਕੂਲ ਤਾਂ ਨਹੀਂ ਸੀ, ਪਰ ਮੀਂਹਾਂ ਵਾਲੇ ਦਿਨਾਂ ਵਿੱਚ ਅਸੀਂ ਯਤੀਮ ਹੀ ਲੱਗਦੇ ਸਾਂ। ਇਸ ਸਕੂਲ ਨੇ ਜਿਹੜੀ ਪੜ੍ਹਾਈ ਕਰਵਾਈ ਉਹ ਤਾਂ ਯਾਦ ਨਹੀਂ, ਪਰ ਇਸ ਨੇ ਹੋਰ ਬੜਾ ਕੁਝ ਸਿਖਾਇਆ। ਸਕੂਲ ਦੀ ਸਫਾਈ ਵਿਦਿਆਰਥੀ ਆਪ ਹੀ ਕਰਦੇ ਸਨ। ਫਰਸ਼ ਕੱਚਾ ਹੋਣ ਕਰਕੇ ਸਫਾਈ ਕਰਨ ਦੇ ਬਾਵਜੂਦ ਸਫਾਈ ਨਜ਼ਰ ਨਹੀਂ ਸੀ ਆਉਂਦੀ। ਅਸੀਂ ਸਵੇਰੇ ਸਕੂਲ ਲੱਗਣ ਤੋਂ ਪਹਿਲਾਂ ਆ ਕੇ ਮਿੱਟੀ ਉਡਾ ਕੇ, ਪਾਣੀ ਤਰੋਂਕ ਕੇ, ਘਰੋਂ ਲਿਆਂਦੇ ਤੱਪੜ ਵਿਛਾ ਕੇ ਵਿਦਿਆਰਥੀ ਲੱਗਣ ਦਾ ਯਤਨ ਕਰਦੇ ਸਾਂ। ਸਕੂਲ ਨੇ ਸਾਨੂੰ ਆਤਮ ਨਿਰਭਰ ਹੋਣਾ ਸਿਖਾਇਆ ਅਤੇ ਆਪਣੇ ਉੱਤੇ ਹੱਸਣ ਦੀ ਆਦਤ ਪਾਈ। ਸਾਨੂੰ ਵੇਖ ਕੇ ਲੋਕ ਵੀ ਹੱਸਦੇ ਸਨ। 5ਵੀਂ ਤੱਕ ਅਸੀਂ ਘਰੋਂ ਫੱਟੀ ਲੈ ਕੇ ਸਕੂਲ ਜਾਂਦੇ ਸਾਂ। ਇਹ ਕਾਪੀਆਂ ਦਾ ਨਹੀਂ, ਸਲੇਟਾਂ ਦਾ ਜ਼ਮਾਨਾ ਸੀ। ਸਲੇਟ ਨੂੰ ਜੀਭ ਨਾਲ ਚੱਟ ਕੇ ਅੱਖਰ ਮਿਟਾਉਣ ਦਾ ਰਿਵਾਜ ਸੀ। ਜੀਭ ਨਾਲ ਚੱਟਣ ਕਰਕੇ ਡਰ ਵੀ ਲੱਗਦਾ ਸੀ ਕਿ ਕਿਧਰੇ ਵਿਦਿਆ ਦੀ ਦੇਵੀ ਨਾਰਾਜ਼ ਨਾ ਹੋ ਜਾਵੇ। ਪੜ੍ਹਾਈ ਦਾ ਜੇ ਤਣਾਅ ਹੁੰਦਾ ਸੀ ਤਾਂ ਉਹ ਅਸੀਂ ਪੈਨਸਲ ਦਾ ਮਗਰਲਾ ਹਿੱਸਾ ਚੱਬ ਕੇ ਮਿਟਾ ਲੈਂਦੇ ਸਾਂ। ਜੇ ਕੋਈ ਆਪਣਾ ਤੱਪੜ ਲਿਆਉਣਾ ਭੁੱਲ ਜਾਂਦਾ ਸੀ ਤਾਂ ਉਸ ਨੂੰ ਗੁਆਂਢੀ ਆਪਣੇ ਤੱਪੜ ਤੇ ਬਿਠਾ ਲੈਂਦਾ ਸੀ। ਕਿਤਾਬ ਵਿੱਚ ਮੋਰ ਦਾ ਖੰਭ ਇਹ ਸੋਚ ਕੇ ਰੱਖਿਆ ਜਾਂਦਾ ਸੀ ਕਿ ਇਸ ਨਾਲ ਅਸੀਂ ਲਾਇਕ ਹੋ ਜਾਵਾਂਗੇ। ਸਕੂਲ ਵਿੱਚ 6ਵੀਂ ਜਮਾਤ ਤੋਂ ਅੰਗਰੇਜ਼ੀ ਪੜ੍ਹਨੀ ਆਰੰਭ ਕਰਨ ਤੋਂ ਪਹਿਲਾਂ ਅਖਬਾਰ ਵਿੱਚ ਕੰਮ ਕਰਨ ਕਰਕੇ ਮੈਂ ਅੰਗਰੇਜ਼ੀ ਦੇ ਸਧਾਰਨ ਵਾਕ ਵੀ ਬਣਾਉਣ ਲੱਗ ਪਿਆ ਸਾਂ। ਇਸ ਵੇਲੇ ਤੱਕ ਕਿਤਾਬਾਂ ਦੀ ਇੱਕ ਦੁਕਾਨ ਤੋਂ ਅੰਗਰੇਜ਼ੀ ਦੀ ਛੋਟੀ ਜਿਹੀ ਡਿਕਸ਼ਨਰੀ ਮੈਂ ਚੋਰੀ ਕਰ ਲਈ ਸੀ। ਬਸਤਾ ਕੱਪੜੇ ਦਾ ਥੈਲਾ ਹੁੰਦਾ ਸੀ ਜਿਹੜਾ ਮਿਜ਼ਾਈਲ ਦਾ ਵੀ ਕੰਮ ਦੇ ਜਾਂਦਾ ਸੀ। ਸਕੂਲ ਮੁੱਕਣ ਤੋਂ ਪਹਿਲਾਂ ਹੀ ਆਪਣੀਆਂ ਕਿਤਾਬਾਂ ਕਾਪੀਆਂ ਅਸੀਂ ਬਸਤੇ ਵਿੱਚ ਸਲੀਕੇ ਨਾਲ ਪਾ ਲਿਆ ਕਰਦੇ ਸਾਂ। ਪਹਾੜੇ ਅਸੀਂ ਮੁਹਾਰਨੀ ਰਾਹੀਂ ਸਿੱਖੇ। ਇਹ ਕਾਰਜ ਪੜ੍ਹਾਈ ਅਤੇ ਮਨੋਰੰਜਨ ਦਾ ਸੁਮੇਲ ਹੁੰਦਾ ਸੀ। ਇਹ ਪਹਾੜੇ ਜੀਵਨ ਵਿੱਚ ਬੜੇ ਕੰਮ ਆਏ। ਮੈਂ ਮਹਿਸੂਸ ਕੀਤਾ ਹੈ ਕਿ ਜੇ ਅਧਿਆਪਕ ਗਾ ਕੇ ਪੜ੍ਹਾਉਣ ਤਾਂ ਬੱਚੇ ਜਲਦੀ ਸਿੱਖਦੇ ਹਨ। ਅਗਲੀ ਕਲਾਸ ਚੜ੍ਹਨ 'ਤੇ ਨਵਾਂ ਬਸਤਾ ਅਤੇ ਨਵੀਆਂ ਕਿਤਾਬਾਂ ਮਿਲਣ ਅਤੇ ਲੈਣ ਦਾ ਬੜਾ ਚਾਅ ਹੁੰਦਾ ਸੀ। ਕਿਤਾਬਾਂ ਕਾਪੀਆਂ 'ਤੇ ਖਾਕੀ ਰੰਗ ਦੇ ਕਵਰ ਚੜ੍ਹਾਉਣ ਦਾ ਰਿਵਾਜ ਸੀ। ਕਿਤਾਬਾਂ 'ਤੇ ਜਿਲਦਾਂ ਚੜ੍ਹਾਉਣ ਦਾ ਵੀ ਰਿਵਾਜ ਸੀ। ਇਹ ਰਿਵਾਜ ਕਾਰਨ ਮੈਂ ਆਪ ਜਿਲਦਸਾਜੀ ਸਿੱਖੀ ਸੀ ਅਤੇ ਕੁਝ ਚਿਰ ਮੈਂ ਜਿਲਦਸਾਜੀ ਦਾ ਵੀ ਕੰਮ ਕੀਤਾ ਸੀ। ਮਾਤਾ ਪਿਤਾ ਨੂੰ ਸਾਡੀ ਪੜ੍ਹਾਈ ਦਾ ਕੋਈ ਫਿਕਰ ਨਹੀਂ ਸੀ। ਉਹ ਕਦੇ ਵੀ ਸਕੂਲ ਨਹੀਂ ਸਨ ਆਏ। ਇੱਕ ਵਾਰੀ ਜਦੋਂ ਮੇਰਾ ਵੱਡਾ ਭਰਾ ਸਕੂਲ ਆਇਆ ਸੀ ਤਾਂ ਮੈਂ ਸਜ਼ਾ ਭੁਗਤਣ ਵਾਲਿਆਂ ਦੀ ਲਾਈਨ ਵਿੱਚ ਖਲੋਤਾ ਸਾਂ। ਸਕੂਲ ਨੇੜੇ ਸੀ, ਸਾਰੇ ਵਿਦਿਆਰਥੀ ਪੈਦਲ ਹੀ ਆ ਜਾਂਦੇ ਸਨ। ਅਜੇ ਸਕੂਲੋਂ ਦੌੜ ਕੇ ਸਿਨੇਮੇ ਜਾਣ ਦਾ ਰਿਵਾਜ ਨਹੀਂ ਸੀ ਪਿਆ। ਸਾਡੇ ਸਕੂਲ ਵਿੱਚ ਲੜਕੇ ਹੀ ਪੜ੍ਹਦੇ ਸਨ, ਸੋ ਕਿਸੇ ਵੇਲੇ ਆਪਣੀ ਜਮਾਤਣ ਨੂੰ ਆਈ ਲਵ ਯੂ ਕਹਿਣ ਦੀ ਨੌਬਤ ਨਹੀਂ ਸੀ ਆਈ। ਡਿੱਗਦੇ ਸੰਭਲਦੇ ਸੰਘਰਸ਼ ਕਰਦੇ ਅਸੀਂ ਯਥਾਰਥਕ ਸੰਸਾਰ ਦੇ ਯੋਧੇ ਸਾਂ, ਜਿਹੜੇ ਪੜ੍ਹਾਈ ਦੀਆਂ ਤੰਗ ਪੌੜੀਆਂ ਚੜ੍ਹਦੇ ਰਹੇ, ਡੰਡੇ ਖਾਂਦੇ ਸਾਂ, ਮੌਜਾਂ ਕਰਦੇ ਸਾਂ। ਕੱਪੜਿਆਂ ਵਿੱਚ ਵੱਟ ਸਾਨੂੰ ਕਦੇ ਦਿਸੇ ਹੀ ਨਹੀਂ ਸਨ। ਖੇਡਣ ਲਈ ਸਾਡੇ ਕੋਲ ਗੁੱਲੀ ਡੰਡਾ ਹੀ ਹੁੰਦਾ ਸੀ। ਕ੍ਰਿਕਟ ਅਜੇ ਸਾਡੇ ਤੋਂ ਦੂਰ ਸੀ। ਪੱਗ ਬੰਨ੍ਹਣ ਲੱਗ ਪਏ ਸਾਂ। ਸਕੂਲ ਵਿੱਚ ਜੋ ਜੀਵਨ ਅਸੀਂ ਜੀਵਿਆ ਸੀ ਉਹ ਚੰਗਾ ਹੀ ਨਹੀਂ, ਬਹੁਤ ਚੰਗਾ ਸੀ। ਵਸੀਲੇ ਨਹੀਂ ਸਨ, ਪਰ ਹਿੰਮਤ ਬੜੀ ਸੀ। ਸਕੂਲ ਦੇ ਆਪਣੇ ਅਧਿਆਪਕਾਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਸਾਨੂੰ ਆਤਮ ਨਿਰਭਰ ਬਣਾਇਆ, ਆਸ਼ਾਵਾਦੀ ਹੋਣਾ ਸਿਖਾਇਆ, ਅਸਫਲ ਹੋਣ ਦੇ ਬਾਵਜੂਦ ਸਫਲਤਾ ਵਿੱਚ ਸਾਡਾ ਭਰੋਸਾ ਬਣਾਈ ਰੱਖਿਆ। ਸਕੂਲ ਦਾ ਸਮਾਂ ਬੜੀ ਮੌਜ ਵਾਲਾ ਸਮਾਂ ਸੀ।
ਸਾਡੇ ਸਕੂਲ ਵਿੱਚ ਡੰਡੇ ਦਾ ਰਾਜ ਸੀ। ਅਸੀਂ ਸਕੂਲ ਡੰਡੇ ਖਾਣ ਹੀ ਜਾਂਦੇ ਸਾਂ। ਅਸੀਂ ਇਹੀ ਸਮਝਦੇ ਰਹੇ ਕਿ ਡੰਡਾ ਸਕੂਲੀ ਪੜ੍ਹਾਈ ਦਾ ਲਾਜ਼ਮੀ ਅੰਗ ਸੀ। ਅਧਿਆਪਕਾਂ ਦੀ ਯੋਗਤਾ ਸਾਨੂੰ ਪ੍ਰਭਾਵਿਤ ਨਹੀਂ ਸੀ ਕਰਦੀ, ਪਰ ਡੰਡਾ ਬਹੁਤ ਪ੍ਰਭਾਵਸ਼ਾਲੀ ਯੋਗਤਾ ਨਿਭਾਉਂਦਾ ਸੀ। ਹਰੇਕ ਅਧਿਆਪਕ ਦੀ ਪਛਾਣ ਉਸ ਦਾ ਡੰਡਾ ਹੁੰਦੀ ਸੀ। ਭਾਵੇਂ ਕਈ ਅਧਿਆਪਕ ਡੰਡਾ ਵਰਤਦੇ ਨਹੀਂ ਸਨ, ਪਰ ਉਹਨਾਂ ਦੇ ਹੱਥ ਵਿੱਚ ਡੰਡਾ ਹੁੰਦਾ ਜ਼ਰੂਰ ਸੀ। ਹਰ ਡੰਡੇ ਦੀ ਮੋਟਾਈ ਅਤੇ ਲੰਬਾਈ ਵੱਖਰੀ ਹੁੰਦੀ ਸੀ ਅਤੇ ਹਰੇਕ ਅਧਿਆਪਕ ਦੀ ਸ਼ਾਖ ਵੀ ਡੰਡੇ ਨਾਲ ਜੁੜੀ ਹੁੰਦੀ ਸੀ। ਹੈੱਡਮਾਸਟਰ ਸਾਹਿਬ ਆਪ ਵੀ ਡੰਡਾ ਰੱਖਦੇ ਸਨ। ਪਹਿਲਾਂ ਸਾਨੂੰ ਹੈੱਡਮਾਸਟਰ ਸਾਹਿਬ ਦਾ ਡੰਡਾ ਦਿਸਦਾ ਸੀ, ਫਿਰ ਸਾਨੂੰ ਹੈੱਡਮਾਸਟਰ ਸਾਹਿਬ ਹੀ ਦਿਸ ਪੈਂਦੇ ਸਨ। ਹੈੱਡਮਾਸਟਰ ਸਾਹਿਬ ਜੇ ਨੇੜਲੇ ਬਾਜ਼ਾਰ ਵਿੱਚੋਂ ਲੰਘਦੇ ਸਨ ਤਾਂ ਦੁਕਾਨਦਾਰ ਉਹਨਾਂ ਦੇ ਸਤਿਕਾਰ ਵਿੱਚ ਖਲੋ ਜਾਂਦੇ ਸਨ। 10 ਸਾਲਾਂ ਦੀ ਸਕੂਲ ਦੀ ਪੜ੍ਹਾਈ ਦੌਰਾਨ ਮੈਨੂੰ ਯਾਦ ਨਹੀਂ ਕਿ ਮੈਂ ਕਦੇ ਗੈਰ ਹਾਜ਼ਰ ਹੋਇਆ ਹਾਂ। ਜਿਉਂ-ਜਿਉਂ ਕਲਾਸ ਉੱਚੀ ਹੁੰਦੀ ਜਾਂਦੀ ਸੀ, ਡੰਡੇ ਦੀ ਸਾਡੇ 'ਤੇ ਵਰਤੋਂ ਘਟਦੀ ਜਾਂਦੀ ਸੀ। ਪਤਾ ਨਹੀਂ ਕਿਉਂ ਸਾਡੇ ਅਧਿਆਪਕਾਂ ਨੇ ਸਾਡੇ 'ਤੇ ਮਨੋਵਿਗਿਆਨ ਨਹੀਂ ਵਰਤਿਆ, ਉਹ ਡੰਡਾ ਹੀ ਵਰਤਦੇ ਰਹੇ। ਕਿਸੇ ਨੂੰ ਡੰਡੇ ਮਾਰਨ ਤੋਂ ਪਹਿਲਾਂ ਉਸ ਨੂੰ ਨਲਾਇਕ ਸਿੱਧ ਕੀਤਾ ਜਾਂਦਾ ਸੀ। ਖਬਰ ਛਪੀ ਹੈ ਕਿ ਚੇਨਈ ਵਿੱਚ ਇੱਕ ਅਧਿਆਪਕ ਵੱਲੋਂ ਵਿਦਿਆਰਥੀ ਨੂੰ ਡੰਡਾ ਮਾਰਨ ਕਰਕੇ 50,000 ਦਾ ਜੁਰਮਾਨਾ ਹੋਇਆ। ਜੇ ਇਹ ਨਿਯਮ ਸਾਡੇ ਸਕੂਲ 'ਤੇ ਵੀ ਲਾਗੂ ਹੁੰਦਾ ਤਾਂ ਅਸੀਂ ਬਚਪਨ ਵਿੱਚ ਹੀ ਕਰੋੜਪਤੀ ਹੋ ਜਾਣਾ ਸੀ। ਹੁਣ ਮੈਂ ਹੈਰਾਨ ਹੁੰਦਾ ਹਾਂ ਕਿ ਡੰਡਿਆਂ ਦਾ ਨਾ ਅਸੀਂ ਕਿਸੇ ਪ੍ਰਕਾਰ ਦਾ ਰੋਸ ਕਰਦੇ ਸਾਂ, ਨਾ ਹੀ ਬੁਰਾ ਮਨਾਉਂਦੇ ਸਾਂ। ਸ਼ਾਇਦ ਅਸੀਂ ਭਾਣਾ ਮੰਨਣਾ ਸਿੱਖ ਰਹੇ ਸਾਂ। ਕਈ ਵਾਰ ਪਤਾ ਹੁੰਦਾ ਸੀ ਕਿ ਅੱਜ ਡੰਡੇ ਪੈਣਗੇ, ਸੋ ਸਾਡੀ ਇੱਛਾ ਹੁੰਦੀ ਸੀ ਕਿ ਜਿਹੜੇ ਪੈਣੇ ਹਨ ਪੈ ਜਾਣ ਤਾਂ ਕਿ ਨਿਸ਼ਚਿਤ ਹੋ ਕੇ ਬੈਠੀਏ। ਲੜਕਿਆਂ ਦਾ ਸਕੂਲ ਹੋਣ ਕਰਕੇ ਲੜਕੀਆਂ ਸਾਨੂੰ ਡੰਡੇ ਖਾਂਦਿਆਂ ਨਹੀਂ ਸਨ ਵੇਖ ਸਕਦੀਆਂ, ਸੋ ਅਸੀਂ ਬੇਇੱਜ਼ਤੀ ਮਹਿਸੂਸ ਨਹੀਂ ਸਾਂ ਕਰਦੇ। ਸਾਡੇ ਅਧਿਆਪਕਾਂ ਨੇ ਸਾਡੇ ਅਤੇ ਅਸੀਂ ਅਧਿਆਪਕਾਂ ਦੇ ਨਾਂ ਰੱਖੇ ਹੋਏ ਸਨ। ਇੱਕ ਅਧਿਆਪਕ ਮੈਨੂੰ ਚੋਰਾਂ ਵਾਲੀਆਂ ਅੱਖਾਂ ਵਾਲਾ ਕਹਿ ਕੇ ਬੁਲਾਉਂਦੇ ਸਨ। ਭੂਤਨੀ ਦਿਆ ਅਤੇ ਸਹੁਰੀ ਦਿਆ ਆਮ ਕਿਹਾ ਜਾਂਦਾ ਸੀ। ਇਹ ਸਭ ਕੁਝ ਦੇ ਬਾਵਜੂਦ ਕਿਸੇ ਵਿਦਿਆਰਥੀ ਨੇ ਪੜ੍ਹਾਈ ਨਹੀਂ ਸੀ ਛੱਡੀ। 9ਵੀਂ ਅਤੇ 10ਵੀਂ ਜਮਾਤ ਵਿੱਚ ਹੀ ਸਾਨੂੰ ਸਹੀ ਅਰਥਾਂ ਵਿੱਚ ਵਿਦਿਆਰਥੀ ਹੋਣ ਦਾ ਅਹਿਸਾਸ ਹੋਇਆ। ਅਲਜਬਰਾ ਸਮਝ ਨਹੀਂ ਸੀ ਪੈਂਦਾ, ਗਣਿਤ ਅਤੇ ਜਿਓਮੈਟਰੀ ਚੰਗੀ ਲੱਗਦੀ ਸੀ, ਭੂਗੋਲ ਦਿਲਚਸਪ ਲੱਗਦਾ ਸੀ, ਸਾਇੰਸ ਨੂੰ ਰੱਟਾ ਹੀ ਲਾਇਆ ਜਾਂਦਾ ਸੀ, ਅੰਗਰੇਜ਼ੀ ਸੌਖੀ ਲੱਗਦੀ ਸੀ, ਪੰਜਾਬੀ ਅਤੇ ਹਿੰਦੀ ਸੌਖੇ ਵਿਸ਼ੇ ਸਨ। ਹਰੇਕ ਵਿਅਕਤੀ ਭਾਵੇਂ ਉਹ ਕਾਲਜ ਅਤੇ ਯੂਨੀਵਰਸਿਟੀ ਵਿੱਚ ਵੀ ਪੜ੍ਹਿਆ ਹੋਵੇ, ਪਰ ਉਸ ਦੀਆਂ ਮਿੱਠੀਆਂ ਯਾਦਾਂ ਸਕੂਲ ਦੀਆਂ ਹੀ ਹੁੰਦੀਆਂ ਹਨ, ਕਿਉਂਕਿ ਸਕੂਲ ਵਿੱਚ ਬੜਾ ਲੰਮਾ ਅਰਸਾ ਗੁਜ਼ਾਰਿਆ ਹੁੰਦਾ ਹੈ। ਇੱਥੇ ਹੀ ਸਾਡੀ ਸੂਝ ਦੀਆਂ ਅੱਖਾਂ ਖੁੱਲ੍ਹਦੀਆਂ ਹਨ। ਇੱਥੇ ਹੀ ਸਾਨੂੰ ਸੰਸਾਰ ਦੀ ਸਮਝ ਪੈਣੀ ਆਰੰਭ ਹੁੰਦੀ ਹੈ। ਇੱਥੇ ਹੀ ਅਸੀਂ ਬਚਪਨ ਵਿੱਚੋਂ ਨਿਕਲ ਕੇ ਜਵਾਨੀ ਵਿੱਚ ਦਾਖਲ ਹੁੰਦੇ ਹਾਂ। ਮੈਂ ਮਹਿਸੂਸ ਕਰਦਾ ਹਾਂ ਕਿ ਸਿੱਖਿਆ ਲੜਕਿਆਂ ਅਤੇ ਲੜਕੀਆਂ ਵਾਲੇ ਸਾਂਝੇ ਸਕੂਲ ਵਿੱਚ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਅਧਿਆਪਕਾਂ ਨੂੰ ਡੰਡਾ ਨਹੀਂ, ਮਨੋਵਿਗਿਆਨ ਵਰਤਣਾ ਚਾਹੀਦਾ ਹੈ। ਸੋ ਦੋਸਤੋ, ਇਸ ਦੇ ਨਾਲ ਆਪਾਂ ਇਹ ਇੱਥੇ ਖਤਮ ਕਰਦੇ ਹਾਂ। ਫਿਰ ਮਿਲਾਂਗੇ ਇਸ ਤੋਂ ਅਗਲੇ ਭਾਗ ਦੇ ਨਾਲ। ਧੰਨਵਾਦ।